Hi, myself Dr. Keshwan Patyar. Today we are going to discuss erythrocyte sedimentation rate, which is also known as ESR. Erythrocyte is red cell, sedimentation means to settle down. So it is the test in which we are going to measure rate of settle down of RBC under the influence of gravity. First of all, blood consists of plasma and cells are also known as formed element, which constitutes 45% of the blood. It has mainly RBCs, whose number is in millions. Then we have WBCs. WBCs count is in thousand. Then platelet, which is again in lakhs. Among RBCs, WBCs, and platelets, RBCs are RBCs have much more size as compared to WBCs, whereas 50% in blood is plasma. It is further made up of water and mainly proteins. So water component is with electrolyte, and main protein present in plasma are albumin and globulin. Albumin is responsible for the oncotic pressure. Globulin, we have various types of globulin proteins such as hemoglobin, myoglobin, and immunoglobulins. So they have different roles in human body. ਸੋ ਜਿਵੇਂ ਕਿ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਐਰੀਥਰੋਸਾਈਟ ਸੈਡੀਮੈਂਟੇਸ਼ਨ ਰੇਟ। ਐਰੀਥਰੋਸਾਈਟਸ ਦਾ ਮਤਲਬ ਹੁੰਦਾ ਰੈਡ ਬਲੱਡ ਸੈਲਸ। ਸੋ ਸੈਲਸ ਵਿਚ ਹੈਵਿੰਗ ਰੈਡ ਪਿਗਮੈਂਟ ਵਿਚ ਇਜ਼ ਹੀਮ, ਐਂਡ ਸੈਡੀਮੈਂਟੇਸ਼ਨ ਦਾ ਮਤਲਬ ਹੁੰਦਾ ਕਿ ਸੈਟਲ ਹੋਣਾ, ਅਤੇ ਰੇਟ ਦਾ ਮਤਲਬ ਹੈ ਦਰ। ਸੋ ਜਦੋਂ ਆਪਾਂ ਬਲੱਡ ਨੂੰ ਅਨਡਿਸਟਰਬ ਰੱਖਦੇ ਹਾਂ ਤਾਂ ਉਹ ਅੰਡਰ ਦਾ ਇਨਫਲੂਐਂਸ ਆਫ ਗ੍ਰੈਵਿਟੀ, ਗੁਰੂਤਵਾਕਰਸ਼ਣ ਦੇ ਪ੍ਰਭਾਵ ਦੇ ਹੇਠ ਕਿਵੇਂ ਸੈਟਲ ਹੁੰਦੇ ਆ, ਉਸ ਦਰ ਨੂੰ ਨਾਪਣ ਵਾਸਤੇ ਕਿੰਨੇ ਟਾਈਮ 'ਚ ਕਿੰਨੇ RBC ਸੈਲਸ ਸੈਟਲ ਹੋ ਗਏ, ਉਹਨੂੰ ਆਪਾਂ ਐਰੀਥਰੋਸਾਈਟ ਸੈਡੀਮੈਂਟੇਸ਼ਨ ਰੇਟ ਕਹਿੰਦੇ ਆ। ਅਤੇ ਜਿਵੇਂ ਤੁਹਾਨੂੰ ਪਤਾ ਹੀ ਆ, ਲਾਸਟ ਸਮੈਸਟਰ ਦੇ ਲੈਕਚਰ 'ਚ ਆਪਾਂ ਡਿਸਕਸ ਕੀਤਾ ਸੀ ਕੰਪੋਜੀਸ਼ਨ ਆਫ ਬਲੱਡ ਜਿਹੜਾ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ, ਪਲਾਜ਼ਮਾ ਐਂਡ ਸੈਲਸ। ਪਲਾਜ਼ਮਾ ਜਿਹੜਾ ਲਿਕੁਇਡ ਫਾਰਮ ਹੈ, ਜਿਹੜਾ ਕਿ ਵਾਟਰ ਅਤੇ ਉਹਦੇ 'ਚ ਇਲੈਕਟ੍ਰੋਲਾਈਟਸ, ਪ੍ਰੋਟੀਨਸ ਅਤੇ ਵੇਰੀਅਸ ਅਦਰ ਬਾਇਓਮਾਲੀਕੂਲਸ ਪ੍ਰੈਜ਼ੈਂਟ ਹੁੰਦੇ ਆ। ਜਦ ਕਿ ਸੈਲਸ ਜਿਹਨਾਂ ਨੂੰ ਫਾਰਮਡ ਕੰਪੋਨੈਂਟ ਕਿਹਾ ਜਾਂਦਾ, ਉਹ ਮੇਨਲੀ ਸਾਡੇ ਕੋਲ RBCs ਅਤੇ WBCs ਅਤੇ ਪਲੇਟਲੈਟ ਹੈ। RBCs ਰੈਡ ਬਲੱਡ ਕਾਪੋ ਸੈਲਸ, ਇਹਨਾਂ ਦਾ ਸਾਈਜ਼ WBCs ਨਾਲੋਂ ਜ਼ਿਆਦਾ ਹੁੰਦਾ। ਸਾਈਜ਼ ਜ਼ਿਆਦਾ ਹੋਣ ਦੇ ਨਾਲ ਇਹਨਾਂ ਦਾ ਜ਼ਿਆਦਾ ਵੇਟ ਵੀ ਇਹਨਾਂ ਦਾ ਜ਼ਿਆਦਾ ਅਤੇ ਨੰਬਰ ਵੀ ਇਹਨਾਂ ਦਾ ਜ਼ਿਆਦਾ, ਕਿ ਮਿਲੀਅਨਸ ਦੇ ਵਿੱਚ ਕਾਊਂਟ RBCs ਦਾ, WBCs ਦਾ ਕਾਊਂਟ ਜਿਹੜਾ ਥਾਊਜ਼ੈਂਡਸ ਦੇ ਵਿੱਚ ਹੈ, ਪਲੇਟਲੈਟਸ ਦਾ ਕਾਊਂਟ ਅਗੇਨ ਇਨ ਲੈਕਸ ਪਾਇਆ ਜਾਂਦਾ। So when blood is left alone in a vertical test tube, it sediments under the effect of gravity. So ਜਦੋਂ ਅਸੀਂ ਬਲੱਡ ਨੂੰ ਵਰਟੀਕਲ ਖੜਵੀਂ ਪੋਜੀਸ਼ਨ ਦੇ ਵਿੱਚ ਰੱਖਦੇ ਹਾਂ ਤਾਂ ਉਹ ਗੁਰੂਤਵਾਕਰਸ਼ਣ ਦੇ ਪ੍ਰਭਾਵ ਦੇ ਹੇਠ ਸੈਡੀਮੈਂਟ ਟਿਊਬ ਦੇ ਨੀਚੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਕਿ ਪਿਕਚਰ ਵਿੱਚ ਤੁਸੀਂ ਦੇਖ ਰਹੇ ਹੋ, ਸਾਡੇ ਕੋਲ ਬਲੱਡ ਹੈ, ਠੀਕ ਹੈ, ਉਹਦੇ ਵਿੱਚ ਐਂਟੀਕੋਗੂਲੈਂਟ ਪਾ ਕੇ ਰੱਖਿਆ ਹੋਇਆ, ਫਿਰ ਉਹਨੂੰ ਅਨਡਿਸਟਰਬਡ ਵਰਟੀਕਲ ਪੋਜੀਸ਼ਨ ਦੇ ਵਿੱਚ ਕੁਛ ਟਾਈਮ ਵਾਸਤੇ ਰੱਖਿਆ ਗਿਆ, ਤਾਂ ਕੀ ਹੈ ਸਾਡੇ ਕੋਲ ਸਭ ਤੋਂ ਨੀਚੇ ਰੈੱਡ ਕਲਰ ਦੇ ਵਿੱਚ RBCs ਸੈਟਲ ਡਾਊਨ ਹੋ ਗਏ। ਫਿਰ ਉਸ ਤੋਂ ਬਾਅਦ ਬਫੀ ਕੋਟ ਜਿਹੜਾ ਬਣਿਆ ਹੁੰਦਾ WBCs ਦਾ ਅਤੇ ਪਲੇਟਲੈਟ ਦਾ, ਅਤੇ ਸਭ ਤੋਂ ਉੱਪਰ ਕੀ ਹੈ ਸਾਡੇ ਕੋਲ ਪਲਾਜ਼ਮਾ ਆ ਜਾਂਦਾ। ਸੋ RBC ਦਾ ਕੰਪੋਨੈਂਟ ਜਿਹੜਾ ਪਰਸੈਂਟੇਜ ਹੈਗੀ ਦੈਟ ਇਜ਼ 45, ਬਫੀ ਕੋਟ ਲੈਸ ਦੈਨ 1%, ਅਤੇ ਪਲਾਜ਼ਮਾ ਜਿਹੜਾ ਹੈ 55%। ਸੋ ਇਸ ਤਰ੍ਹਾਂ ਡਿਫਰੈਂਟ ਲੇਅਰਸ ਸਾਡੇ ਕੋਲ ਬਲੱਡ ਅਨਡਿਸਟਰਬ ਬਲੱਡ ਦੀਆਂ ਬਣ ਜਾਂਦੀਆਂ। ਸੋ ਬੀਇੰਗ RBC ਹੈਵੀਐਸਟ ਵਨ, ਇਹ ਸਭ ਤੋਂ ਪਹਿਲਾਂ ਸੈਟਲ ਹੋ ਜਾਂਦੇ ਆ, ਉਸ 'ਤੇ ਇਹਨਾਂ ਦਾ ਨੰਬਰ ਕਾਊਂਟ ਵੀ ਜ਼ਿਆਦਾ ਹੈ। ਅਤੇ ਉਸ ਤੋਂ ਬਾਅਦ ਬਫੀ ਕੋਟ ਦੀ ਲੇਅਰ ਬਣਦੀ ਹੈ WBCs ਅਤੇ ਪਲੇਟਲੈਟ ਦੀ, ਵਿਚ ਇਜ਼ ਵਾਈਟਿਸ਼ ਬਰਾਊਨਿਸ਼ ਇਨ ਕਲਰ। ਦੈਨ ਵੀ ਹੈਵ ਅ ਪੇਲ ਯੈਲੋ ਜਾਂ ਸਟ੍ਰੋ ਯੈਲੋ ਪਲਾਜ਼ਮਾ, ਜਿਹਦੀ ਪਰਸੈਂਟੇਜ ਕਿੰਨੀ ਹੈ 55% ਹੈ। ਸੋ ਇਟ ਇਜ਼ ਵੈਰੀ ਕਲੀਅਰ ਫਰੋਮ ਦਾ ਡਾਇਗਰਾਮ ਇਟਸੈਲਫ ਕਿ ਜਦੋਂ ਬਲੱਡ ਨੂੰ ਆਪਾਂ ਡਿਸਟਰਬ ਰੱਖਿਆ ਤਾਂ ਸਾਡੇ ਕੋਲ ਡਿਫਰੈਂਟ ਸੈਡੀਮੈਂਟੇਸ਼ਨ ਲੇਅਰ ਜਿਹੜੀਆਂ ਬਣ ਗਈਆਂ। So erythrosedimentation rate is also known as sedimentation rate of erythrocytes, the rate at which erythrocyte sediments. In physics, rate is defined as change in something upon change in time. So here change in something is change in settlement of RBCs in accordance to the time. ਸੋ ਐਰੀਥਰੋਸਾਈਟ ਸੈਡੀਮੈਂਟੇਸ਼ਨ ਰੇਟ ਜਿਹੜੀ ਹੈਗੀ ਹੈ, ਜਿਹਦਾ ਫਿਜ਼ਿਕਸ ਦੇ ਵਿੱਚ ਰੇਟ ਆਪਾਂ ਕਹੀਏ ਕਿਸੇ ਵੀ ਚੀਜ਼ ਦੇ ਵਿੱਚ ਚੇਂਜ ਆਉਣਾ ਟਾਈਮ ਦੇ ਨਾਲ। ਜਿਵੇਂ ਕਿ ਆਪਾਂ ਵੈਲੋਸਿਟੀ ਕੀ ਹੁੰਦੀ ਹੈ, ਚੇਂਜ ਇਨ ਡਿਸਟੈਂਸ
ਅਪੋਨ ਟਾਈਮ, ਤੁਸੀਂ ਕਿੰਨਾ ਡਿਸਟੈਂਸ ਤੈਅ ਕੀਤਾ ਟਾਈਮ ਦੇ ਨਾਲ, ਉਹ ਆਪਾਂ ਇਹਦੇ 'ਚ ਮੇਜਰ ਕਰ ਸਕਦੇ ਹਾਂ। ਸੋ ESR ਨੂੰ ਮੈਥਮੈਟੀਕਲ ਟਰਮ 'ਚ ਆਪਾਂ ਕਹਿ ਸਕਦੇ ਹਾਂ ਚੇਂਜ ਇਨ ਲੈਂਥ ਅਪੋਨ ਚੇਂਜ ਇਨ ਟਾਈਮ। ਸੋ ਮੋਸਟਲੀ ਅਸੀਂ ਬਲੱਡ ਨੂੰ ਜਿਹੜੇ RBC ਸੈਟਲ ਹੁੰਦੇ ਆ ਉਹਨਾਂ ਨੂੰ ਮੇਜਰ ਕਰਦੇ ਆ ਲੈਂਥ MM ਦੇ ਵਿੱਚ, ਅਤੇ ਟਾਈਮ ਨੂੰ ਮੇਜਰ ਕਰਦੇ ਆ ਆਰਸ ਦੇ ਵਿੱਚ। ਸੋ ਦ ਯੂਨਿਟ ਫॉर ESR ਸੈਡੀਮੈਂਟੇਸ਼ਨ ਰੇਟ ਇਜ਼ MM upon R, ਸੋ MM per R। ਸੋ ਬਟ ਇਹ ਜਿਹੜੇ ਕਿ ਓਲਡ ਮੈਥਡ ਹੈ, ਬਟ ਨਾਓ ਵੀ ਡੂ ਨਾਓ ਦਿਸ ਡੇਜ਼ ਵੀ ਯੂਜ਼ ਆਟੋਮੇਟਡ ਐਨਾਲਾਈਜ਼ਰਸ। ਸੋ ਮੈਨੂਅਲੀ ਟੈਸਟ ਨਹੀਂ ਕੀਤੇ ਜਾਂਦੇ, ਤਾਂ ਇਹ ਇੱਕ ਹੀ ਟੈਸਟ ਦੇ ਸਾਡੇ ਕੋਲ ਸਾਰੀਆਂ ਰਿਪੋਰਟਸ ਜਿਹੜੀਆਂ ਹੈਗੀਆਂ ਆ ਜਾਂਦੀਆਂ। ਸੋ ਇਹ ਐਜ਼ ਅ ਟਾਈਮ ਪਾਸਿਸ ਸੈਡੀਮੈਂਟੇਸ਼ਨ ਇੰਕਰੀਜ਼ਿਜ਼ ESR ਸਟੇਜ਼ ਦਾ ਸੇਮ। ਸੋ ਜਿੱਦਾਂ ਜਿੱਦਾਂ ਟਾਈਮ ਪਾਸ ਹੁੰਦਾ ਜਾਏਗਾ RBCs ਕੀ ਆ ਆਪਣੇ ਵੇਟ ਦੇ ਅਕੋਰਡਿੰਗਲੀ ਜਾਂ ਆਪਣੇ ਡੈਂਸਿਟੀ ਦੇ ਅਕੋਰਡਿੰਗਲੀ ਸੈਟਲ ਹੁੰਦੇ ਜਾਣਗੇ। ਸੋ ਆਫਟਰ 50 ਮਿੰਟ ਇੰਨਾ set ਹੋ ਗਿਆ, then 30, then after 1 hour, so after 1 hour we will get the final reading of the ESR. So there are 3 stages of sedimentation. So RBCs ਕਿੱਦਾਂ sediment ਹੋ ਜਾਂਦੇ ਆ ਜਦੋਂ undisturbed tube ਦੇ ਵਿੱਚ ਪਏ ਰਹਿੰਦੇ ਆ, ਉਹਦੇ ਵਿੱਚ 3 stages ਆ mainly. One is the Rayleigh formation, then setting, then packing. Rayleigh formation ਕੀ ਆ, RBCs ਦਾ ਆਪਸ ਦੇ ਵਿੱਚ ਜੁੜਨਾ, stacking, ਜਿੱਦਾਂ ਕਿ ਅਸੀਂ 1 ਰੁਪਈਏ ਦੇ ਸਿੱਕਿਆਂ ਨੂੰ ਇੱਕ ਦੇ ਉੱਪਰ ਇੱਕ ਰਖਾਈ ਜਾਈਏ ਤਾਂ ਇਸ ਤਰ੍ਹਾਂ ਉਹਨਾਂ ਦੀ ਸਟੈਕਿੰਗ ਹੋ ਜਾਏਗੀ, ਤਾਂ ਉਹ ਇਕੱਠੇ ਜੁੜ ਜਾਣਗੇ। ਸਿਮਿਲਰਲੀ RBCs ਸਿਮਿਲਰ ਸ਼ੇਪ ਦੇ ਆ ਅਤੇ ਸਿਮਿਲਰ ਵੇਟ ਦੇ ਆ, ਤਾਂ ਉਹ ਇਕੱਠੇ ਜੁੜ ਕੇ ਰੋਲੈਕਸ ਫਾਰਮੇਸ਼ਨ ਬਣਾਉਂਦੇ ਆ, ਅਤੇ ਐਂਡ ਇਕੱਠੇ ਹੋ ਕੇ ਉਹਨਾਂ ਦੀ ਸੈਟਿੰਗ ਹੋ ਜਾਂਦੀ ਹੈ। ਦੈਨ ਦੇ ਵਿਲ ਪੈਕਡ ਕੀ ਸੈਟਲ ਡਾਊਨ ਹੋ ਜਾਂਦੇ ਆ, ਅਤੇ ਟਿਊਬ ਦੇ ਵਿੱਚ ਸਭ ਤੋਂ ਨੀਚੇ ਹੈਵੀਐਸਟ ਪਾਰਟ ਬਣਾਉਂਦੇ ਆ, ਦੈਟ ਇਜ਼ ਨੋਨ ਐਜ਼ RBC the pack, then WBCs, then plasma. So here the total procedure in a one slide how the sedimentation test works. So